ਹੈਲੋ ਫਰੈਂਡਸ, ਤੁਹਾਡੇ ਆਪਣੇ YouTube ਚੈਨਲ ਲੈਟਸ ਡੂ ਇਟ ਤੇ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਚੰਦਰਪਾਨ। ਅੱਜ ਦਾ ਜਿਹੜਾ ਵੀਡੀਓ ਹੈ ਪੰਜਾਬ ਪੁਲਿਸ ਰਿਕਰੂਟਮੈਂਟ ਦੇ ਰਿਲੇਟਿਡ ਹੈ ਜੀ। ਵੱਖ-ਵੱਖ ਤਰੀਕੇ ਦੀ ਜਿਹੜੀ ਪੋਸਟਾਂ ਹੈ ਉਹ ਨਿਕਲੀਆਂ ਨੇ। ਜਿਹੜੀ ਪੰਜਾਬ ਪੁਲਿਸ ਦੇ ਵਿੱਚ ਇੱਕ ਤਰੀਕੇ ਦਾ ਨਵਾਂ ਡਿਪਾਰਟਮੈਂਟ ਕਹਿ ਸਕਦੇ ਹੋ ਜੀ, ਸਿਵਿਲੀਅਨ ਡੋਮੇਨ ਐਕਸਪਰਟ, ਲਾਰਜ ਨੰਬਰ ਆਫ ਵੈਕੈਂਸੀਜ਼, ਸਿਵਲ ਸਪੋਰਟਸ ਸਟਾਫ ਮਤਲਬ ਰਿਕਰੂਟਮੈਂਟ ਕੀਤੀ ਜਾਣੀ ਹੈ ਜੀ, ਜਿਸ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਪੋਸਟਾਂ ਨੇ। ਸਪੈਸ਼ਲੀ ਜਿਸ ਤਰੀਕੇ ਦੇ ਨਾਲ ਆਈਟੀ ਦੀ ਹੈ, ਫਾਈਨੈਂਸ ਦੀ ਹੈ, ਲੀਗਲ ਦੀ ਹੈ, ਫੋਰੈਂਸਿਕ ਡਿਪਾਰਟਮੈਂਟ ਦੀ ਹੈ। ਲਗਭਗ 634 ਪੋਸਟਾਂ ਨੇ। ਠੀਕ ਹੈ ਜੀ। ਇਸ ਪੋਸਟਾਂ ਦੇ ਰਿਗਾਰਡਿੰਗ 4 ਜਿਹੜੇ ਪਬਲਿਕ ਨੋਟਿਸ ਇਸ਼ੂ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਦੁਆਰਾ। ਇਸ ਵੀਡੀਓ ਦੇ ਵਿੱਚ ਪੂਰੇ ਡਿਸਕਸ ਕਰਾਂਗੇ। ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਜੀ, ਸ਼ੁਰੂ ਤੋਂ ਲੈ ਕੇ ਆਖਿਰ ਤੱਕ ਹਰ ਇੱਕ ਵੀਡੀਓ ਨੂੰ ਤੁਸੀਂ ਵਾਚ ਆਊਟ ਕਰਨਾ ਹੈ। ਜੇਕਰ ਤੁਸੀਂ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ, ਤਾਂ ਜੋ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਹੈ ਵੀਡੀਓ ਦਾ ਮਿਲ ਜਾਏ। ਤੇ ਨਾਲ ਦੀ ਨਾਲ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰਾਮ ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ, ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲੈਣਾ। ਤਾਂ ਅੱਜ ਦਾ ਵੀਡੀਓ ਸਟਾਰਟ ਕਰਦੇ ਹਾਂ। ਸਿਵਿਲੀਅਨ ਸਪੋਰਟਸ ਜਿਹੜਾ ਸਟਾਫ ਹੈ ਜੀ, ਉਸ ਦੇ ਵਿੱਚ ਇਨਫੋਰਮੇਸ਼ਨ ਆਈਟੀ ਦੀ ਜਿਹੜੀ ਪੋਸਟ ਹੈ ਜੀ ਉਹ ਨਿਕਲੀ ਹੋਈ ਹੈ। ਸਭ ਦੇ ਉਹ ਪੇਪਰ ਕਹਿ ਰਹੇ ਹੈ ਜੀ। ਡੀਜੀਪੀ ਜਿਹੜੇ ਆਪਣੇ ਨੇ ਦਿਨਕਰ ਗੁਪਤਾ, ਉਹਨਾਂ ਨੇ ਸਪੈਸ਼ਲੀ ਟਵੀਟ ਕਰਕੇ ਕਿਹਾ ਕਿ ਇਹਨਾਂ ਦੇ ਜਿਹੜੇ ਸੀਬੀ ਰਿਟਨ ਟੈਸਟ ਸ਼ਡਿਊਲ ਹੈ ਸਤੰਬਰ 2021 ਦੇ ਵਿੱਚ, ਜਿਹੜਾ ਕੰਪਿਊਟਰ ਬੇਸਡ ਟੈਸਟ ਹੈ ਉਹ ਇਹਨਾਂ ਪੋਸਟਾਂ ਦੇ ਲਈ ਲੈ ਲਿਆ ਜਾਏਗਾ। ਠੀਕ ਹੈ। ਤਾਂ ਪੰਜਾਬ ਪੁਲਿਸ ਦੀ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਜਿਹੜੀ ਪੋਸਟ ਹੈ ਜੀ ਕੱਢੀ ਗਈ ਹੈ। ਇਸ ਦੇ ਵਿੱਚ ਬੇਸਿਕ ਜਾਣਕਾਰੀ ਹੈ ਜੀ ਉਹ ਮੈਂ ਤੁਹਾਨੂੰ ਦੇ ਦਿੰਦਾ। ਲਗਭਗ ਜਿਹੜੀ ਸਾਰੀ ਪੋਸਟ ਹੈ ਉਹਨਾਂ ਦੇ ਵਿੱਚ ਜਿਹੜਾ ਸ਼ਡਿਊਲ ਹੈ ਉਹ ਇਸੇ ਤਰੀਕੇ ਦੇ ਨਾਲ ਰਹੇਗਾ। ਆਪਾਂ ਕੁਆਲੀਫਿਕੇਸ਼ਨ ਤੇ ਪੋਸਟ, ਨੰਬਰ ਆਫ ਪੋਸਟ, ਇਹ ਆਪਾਂ ਇਸ ਦੇ ਵਿੱਚ ਵਾਚ ਕਰ ਲਾਂਗੇ। ਤੇ ਬਾਕੀ ਜਿਹੜੀ ਹੋਰ ਫੁੱਲ ਫਲੈਸ਼ ਜਦੋਂ ਨੋਟੀਫਿਕੇਸ਼ਨ ਆਏਗੀ ਤੁਹਾਡੇ ਨਾਲ, ਫਿਰ ਤੋਂ ਵੀਡੀਓ ਬਣਾ ਕੇ ਡਿਸਕਸ ਕਰ ਲਿਆ ਜਾਏਗਾ। ਠੀਕ ਹੈ। The following detail are being shared as advance information to provide sufficient time to candidate to prepare themselves from the computer based test। ਠੀਕ ਹੈ ਜੀ। ਇਹ ਤਾਂ ਉਹਨਾਂ ਨੇ ਕਿਹਾ ਜੀ ਤੁਸੀਂ ਆਪਣੀ ਤਿਆਰੀ ਕਰ ਸਕੋ। ਇਸ ਵਾਸਤੇ ਇੱਕ ਨੋਟਿਸ ਜਾਰੀ ਕੀਤਾ। ਸਤੰਬਰ ਦੇ ਵਿੱਚ ਐਗਜ਼ਾਮ ਹੋਏਗਾ ਜੀ। ਕੰਪਿਊਟਰ ਬੇਸਡ ਜਿਹੜਾ ਤੁਹਾਡਾ ਐਗਜ਼ਾਮ ਹੋਏਗਾ, 2 ਘੰਟਿਆਂ ਦਾ ਜਿਹੜਾ ਐਗਜ਼ਾਮ ਹੈ ਜੀ ਹੋਣਾ ਹੈ। 100 ਮਲਟੀ ਚੋਇਸ ਜਿਹੜੇ ਕੁਐਸਚਨ ਆਉਣਗੇ, ਨੈਗੇਟਿਵ ਮਾਰਕਿੰਗ ਵੀ ਰਹੇਗੀ। ਠੀਕ ਹੈ ਜੀ। ਕੀ ਸਿਸਟਮ ਰਹੇਗਾ? ਇਹਨਾਂ ਨੇ ਕਿਹਾ ਜੀ ਮਿਨੀਮਮ ਏਜ ਹੈ ਉਹ 18 ਸਾਲ ਹੋਣੀ ਚਾਹੀਦੀ ਹੈ ਜੀ, ਅਤੇ ਮੈਕਸੀਮਮ ਤੁਹਾਡੀ 37 ਈਅਰ ਜਿਹੜੀ ਹੈ ਏਜ ਹੋ ਸਕਦੀ ਹੈ। 1 ਜਨਵਰੀ 2021 ਤੋਂ ਤੁਹਾਡੀ ਇਹ ਗਿਣੀ ਜਾਏਗੀ। ਮੈਰਿਟ ਵਿਲ ਬੀ ਡਰਾਉਨ ਅ ਪਿਓਰਲੀ ਬੇਸਿਸ ਆਫ ਮਾਰਕਸ ਓਬਟੇਨ ਬਾਈ ਦਾ ਕੈਂਡੀਡੇਟ ਇਨ ਦਾ ਕੰਪਿਊਟਰ ਬੇਸਡ ਰਿਟਨ ਟੈਸਟ। ਠੀਕ ਹੈ ਜੀ। ਮਿਨੀਮਮ ਹਾਈਟ ਕੁਛ ਨਹੀਂ ਹੈ ਜੀ, ਕੁਝ ਇਹਦਾ ਮੇਜ਼ਰਮੈਂਟ ਨਹੀਂ ਹੈ। ਤੁਸੀਂ ਮਿਨੀਮਮ ਹਾਈਟ ਦਾ ਇਸ ਦੇ ਵਿੱਚ ਕਨਸੈਪਟ ਨਹੀਂ ਹੈ। ਫਿਜ਼ੀਕਲ ਜਿਹੜਾ ਟੈਸਟ ਹੈ, ਟਰਾਇਲ ਹੈ, ਉਹ ਨਹੀਂ ਹੋਏਗਾ। ਰਿਜ਼ਰਵੇਸ਼ਨ ਜਿਹੜਾ ਵੇਰੀਅੰਸ ਕੈਟਾਗਰੀ ਇਨਕਲੂਡਿੰਗ 4% ਰਿਜ਼ਰਵੇਸ਼ਨ ਪਰਸਨ ਵਿਦ ਡਿਸੇਬਿਲਿਟੀ ਸ਼ੈਲ ਅਪਲਾਈ ਹੈ ਪਰ ਦਾ ਪੰਜਾਬ ਗਵਰਨਮੈਂਟ ਰੂਲਸ, ਉਹ ਉਸੇ ਤਰੀਕੇ ਦੇ ਨਾਲ ਰਹੇਗਾ। ਅਤੇ ਜਿਹੜਾ ਪੇਪਰ ਹੈ ਜੀ, ਅਗਰ ਸਰਕਮਸਟਾਂਸਿਸ ਕੁਝ ਚੇਂਜ ਹੁੰਦੇ ਆ ਤਾਂ ਪੇਪਰ ਵੀ ਚੇਂਜ ਹੋ ਸਕਦਾ ਹੈ। ਤਾਂ ਇਸ ਦੇ ਰਿਗਾਰਡਿੰਗ ਇਹ ਪੂਰਾ ਉਹਨਾਂ ਨੇ ਕਿਹਾ ਦਿਸ ਇਨਫੋਰਮੇਸ਼ਨ ਇਜ਼ ਬੀਇੰਗ ਸ਼ੇਅਰਡ ਵਿਦ ਦਾ ਕੈਂਡੀਡੇਟ ਰਿਗਾਰਡਿੰਗ ਦਾ ਐਲੀਜੀਬਿਲਿਟੀ ਐਂਡ ਟੈਸਟ ਸਿਲੇਬਸ, ਜੋ ਵੀ ਹੈ ਜੀ ਉਸ ਦੇ ਰਿਗਾਰਡਿੰਗ ਇਹ ਉਹਨਾਂ ਨੇ ਜਾਰੀ ਕੀਤਾ। ਇਹ ਜਿਹੜੀ ਪੋਸਟ ਹੈ ਜੀ ਇਹ ਹੈ ਇਨਫੋਰਮੇਸ਼ਨ ਟੈਕਨੋਲੋਜੀ ਦੀ। ਇਸ ਦੇ ਵਾਸਤੇ ਤੁਹਾਡੇ ਕੋਲ ਜਿਹੜੀ ਪੋਸਟਾਂ ਨੇ ਉਹ 3 ਪੋਸਟਾਂ ਨੇ। ਇੱਕ ਤਾਂ ਕੰਪਿਊਟਰ ਡਿਜੀਟਲ ਫੋਰੈਂਸਿਕ ਆਫਿਸਰ ਦੀਆਂ 13 ਪੋਸਟਾਂ ਨੇ ਜੀ, ਪੇ ਸਕੇਲ ਰਹੇਗਾ 29,200। ਆਈਟੀ ਆਫਿਸਰ ਦੀਆਂ ਜਿਹੜੀ 25,500, ਬਹੁਤ ਹੀ ਚੰਗੀ ਪੋਸਟ ਹੈ ਜੀ। ਹਰ ਜਿਹੜੀ ਪੋਸਟ ਹੈ ਉਹ A1 ਪੋਸਟ ਹੈ। ਠੀਕ ਹੈ। ਅਤੇ ਇਸ ਤੋਂ ਬਾਅਦ ਹੈ ਜੀ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਸੋਫਟਵੇਅਰ ਦੀਆਂ 214 ਪੋਸਟਾਂ, ਤਾਂ ਕੁੱਲ 248 ਪੋਸਟਾਂ ਆਈਟੀ ਸੈਕਟਰ ਦੀਆਂ ਨੇ। ਠੀਕ ਹੈ ਜੀ। ਐਲੀਜੀਬਿਲਿਟੀ ਕੀ ਰਹੇਗੀ ਇਹ ਇੱਕ ਵਾਰ ਜ਼ਰੂਰ ਤੁਸੀਂ ਦੇਖ ਲਓ ਜੀ। ਕੰਪਿਊਟਰ ਡਿਜੀਟਲ ਫੋਰੈਂਸਿਕ ਆਫਿਸਰ ਦੇ ਵਾਸਤੇ ਤੁਹਾਡੇ ਕੋਲ ਬੈਚਲਰ ਡਿਗਰੀ ਇਨ ਕੰਪਿਊਟਰ ਸਾਇੰਸ, ਆਈਟੀ ਐਂਡ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਵਿਦ ਐਮਫੈਸਿਸ ਔਨ ਦਾ ਕੰਪਿਊਟਰ ਸੋਫਟਵੇਅਰ ਐਂਡ ਪ੍ਰੋਗਰਾਮਿੰਗ ਫਰੋਮ ਏ ਸੈਂਟਰ ਔਰ ਸਟੇਟ ਗਵਰਨਮੈਂਟ ਰੈਕੋਗਨਾਈਜ਼ਡ NICTE ਅਪਰੂਵਡ ਯੂਨੀਵਰਸਿਟੀ ਤੋਂ ਹੋਣਾ ਚਾਹੀਦਾ। ਅਤੇ ਇਸ ਤੋਂ ਇਲਾਵਾ ਤੁਹਾਡੇ ਕੋਲ 12 ਸਾਲ ਦਾ ਜਿਹੜਾ ਗਵਰਨਮੈਂਟ ਸੈਕਟਰ, ਪਬਲਿਕ ਸੈਕਟਰ ਅੰਡਰਟੇਕਿੰਗ ਐਨੀ ਗਵਰਨੈਂਸ ਜਿਹੜਾ ਪ੍ਰੋਜੈਕਟ ਹੈ, ਚਾਹੇ ਪ੍ਰਾਈਵੇਟ ਸੈਕਟਰ ਦਾ, ਤੁਹਾਡੇ ਕੋਲ 12 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਠੀਕ ਹੈ ਜੀ। ਇਹ ਪੋਸਟ ਐਕਸਪੀਰੀਅੰਸ ਵਾਲਿਆਂ ਦੇ ਲਈ ਹੋਗੀ। ਉਸ ਤੋਂ ਬਾਅਦ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਦੀ ਜਿਹੜੀ ਪੋਸਟ ਹੈ ਬੈਚਲਰ ਡਿਗਰੀ ਇਨ IT, ਇਸ ਦੇ ਵਿੱਚ ਵੀ IT ਚਾਹੀਦੀ ਹੈ। ਇਸ ਦੇ ਲਈ ਮਿਨੀਮਮ ਐਕਸਪੀਰੀਅੰਸ ਤੁਹਾਡਾ 7 ਸਾਲ ਦਾ ਹੋਣਾ ਚਾਹੀਦਾ। ਠੀਕ ਹੈ। ਉਸ ਤੋਂ ਬਾਅਦ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਜਿਹੜੀ ਸੌਫਟਵੇਅਰ ਦੀ ਹੈ ਜੀ, ਬੈਚਲਰ ਡਿਗਰੀ ਇਨ ਕੰਪਿਊਟਰ ਸਾਇੰਸ, IT ਔਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿਦ, ਸੇਮ ਉਹੀ ਪੋਸਟ ਹੈ ਜੀ। ਪਰ ਸਭ ਤੋਂ ਇੱਕ ਗੱਲ ਹੈ ਜੀ ਇਸ ਦੇ ਵਿੱਚ, ਇਹ ਪੋਸਟਾਂ ਉਹ ਹੀ ਫਿਲ ਕਰ ਸਕਦਾ ਹੈ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੋਵੇ ਜੀ। ਹਰ ਇੱਕ ਪੋਸਟ ਦੇ ਵਿੱਚ 7 ਸਾਲ, 5 ਸਾਲ, 2 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ। ਛੋਟੀ ਤੋਂ ਛੋਟੀ ਜਿਹੜੀ ਪੋਸਟ ਹੈ ਜੀ, ਜਿਵੇਂ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਸੌਫਟਵੇਅਰ ਦੀ ਜਿਹੜੀ ਪੋਸਟ ਹੈ ਉਸ ਦੇ ਲਈ ਵੀ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ।
minimum 2 year of relevant work experience in central government or state government or public sector undertaking or any e-governance project or ਪ੍ਰਾਈਵੇਟ। ਅਗਰ ਈ ਗਵਰਨੈਂਸ ਦਾ ਕੋਈ ਪ੍ਰੋਜੈਕਟ ਚੱਲ ਰਿਹਾ ਹੈ, ਪ੍ਰਾਈਵੇਟ ਸੈਕਟਰ ਵੀ ਉਹਨੂੰ ਚਲਾ ਰਿਹਾ ਹੈ, ਤੁਸੀਂ ਕੰਮ ਕਰ ਰਹੇ ਹੋ, ਉਹ ਵੀ ਤੁਹਾਡੇ ਲਈ ਪ੍ਰਾਈਵੇਟ ਵਾਲਾ ਵੀ ਜਿਹੜਾ ਹੈ ਵੈਲਿਡ ਹੋਏਗਾ। ਠੀਕ ਹੈ, ਇਹ ਤੁਹਾਡਾ ਜਿਹੜਾ ਸਿਲੇਬਸ ਹੈ ਜੀ 120 ਮਿੰਟ ਦਾ ਪੇਪਰ ਹੋਏਗਾ। 100 ਤੁਹਾਡੇ ਜਿਹੜੇ 100 ਹੈ ਉਹ ਮਾਰਕਸ ਹੋਣਗੇ। ਡਿਜੀਟਲ ਫੋਰੈਂਸਿਕ ਹੈ, ਕੰਪਿਊਟਰੀ ਫੋਰੈਂਸਿਕ ਟੂਲਸ ਹੈ, ਵਿੰਡੋਜ਼ ਸਿਸਟਮ ਐਂਡ ਆਰਟੀਫੈਕਟਸ ਹੈ ਜੀ, ਮੋਬਾਈਲ ਫੋਨਸ ਫੋਰੈਂਸਿਕ ਹੈ, ਸਾਰੀ ਚੀਜ਼ ਹੈ ਜੀ ਜਿਹੜੀ ਫੋਰੈਂਸਿਕ ਦੇ ਵਾਸਤੇ ਹੈ। ਇਸ ਤੋਂ ਇਲਾਵਾ ਜਿਹੜਾ ਜਨਰਲ ਰਹੇਗਾ ਉਸ ਦੇ ਵਿੱਚ ਇੰਗਲਿਸ਼, ਪੰਜਾਬੀ, ਜਨਰਲ ਅਵੇਅਰਨੈਸ, ਕੁਆਂਟੀਟੀ ਐਪਟੀਟਿਊਡ ਦੇ ਵਿੱਚ ਸਿੰਪਲ ਚੈਪਟਰ ਹੈ ਜੀ, ਐਵਰੇਜ ਹੈ, परसेंटेज है, सिंपल एंड कंपाउंड इंटरेस्ट है, बार ग्राफ एंड लाइन ग्राफ है। ठीक है, मैंटल एबिलिटी ਦੇ ਵਿੱਚ ਸਿੰਪਲ ਮੈਂਟਲ ਐਬਿਲਿਟੀ ਦੇ ਹੈ ਜੀ। ਇਸ ਤੋਂ ਇਲਾਵਾ ਸਾਈਬਰ ਸਪੇਸ ਉਸ ਦਾ ਹੈ ਜੀ, ਇਹ ਸਾਈਬਰ ਸਪੇਸ ਇੰਸਟੀਟਿਊਸ਼ਨ ਆਫ ਸਾਈਬਰ ਕ੍ਰਾਈਮ ਤੇ ਇਹ ਹੈ ਜੀ। ਠੀਕ ਹੈ, ਇਹ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਜੋ ਤੁਹਾਡੀ ਪੋਸਟ ਹੈ ਉਸ ਦੇ ਵਾਸਤੇ ਤੁਸੀਂ ਆਪਣਾ ਸਿਲੇਬਸ ਵੇਖ ਲੈਣਾ ਜੀ। ਅਲੱਗ ਜਿਹੜਾ ਸਿਲੇਬਸ ਹੈ ਉਹ ਦਿੱਤਾ ਹੋਇਆ। ਠੀਕ ਹੈ, ਇਸ ਤੋਂ ਇਲਾਵਾ ਇਹ IT ਸੈਕਟਰ ਦੀ ਹੋ ਗਈ। ਇਸ ਤੋਂ ਇਲਾਵਾ ਲੀਗਲ ਤੇ ਫੋਰੈਂਸਿਕ ਦੀ ਹੈ, ਉਹ ਵੀ ਵੇਖ ਲੈਂਦੇ ਹਾਂ ਜੀ। ਉਹਨਾਂ ਦੇ ਵਿੱਚ ਕਿੰਨਾ ਐਕਸਪੀਰੀਅੰਸ ਮੰਗਿਆ ਤੇ ਤੁਹਾਡੇ ਕੋਲ ਕੀ ਡਿਗਰੀ ਹੋਣੀ ਚਾਹੀਦੀ ਹੈ। ਠੀਕ ਹੈ, ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਜਿਹੜੀ ਪੋਸਟ ਨਿਕਲੀ ਹੋਈ ਹੈ ਜੀ, ਸੇਮ ਜਿਹੜੀ ਜਰਨਲ ਜਿਹੜਾ ਹੈ ਜੀ ਉਹ ਉਸੇ ਤਰੀਕੇ ਦੇ ਨਾਲ ਰਹੇਗਾ। 2 ਘੰਟਿਆਂ ਦਾ ਤੁਹਾਡਾ 100 ਨੰਬਰ ਦਾ ਜਿਹੜਾ ਪੇਪਰ ਹੋਏਗਾ ਜੀ, ਨੈਗੇਟਿਵ ਮਾਰਕਿੰਗ ਹੋਏਗੀ। ਇਹ ਸਾਰੀ ਉਹੀ ਇਨਫੋਰਮੇਸ਼ਨ ਦਿੱਤੀ ਹੋਈ ਹੈ। ਨੰਬਰ ਆਫ ਪੋਸਟ ਹੈ ਜੀ, ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਪੋਰਟਸ ਆਫਿਸਰ ਦੀਆਂ 11 ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਪੋਰਟ ਜਿਹੜਾ ਹੈ ਜੀ ਸਪੋਰਟ ਜਿਹੜਾ ਕਰੇਗਾ ਉਸ ਨੂੰ ਅਸਿਸਟੈਂਟ ਦੀਆਂ 70 ਪੋਸਟਾਂ, 81 ਪੋਸਟ ਹੈ ਜੀ। ਚੇਂਜ ਵੀ ਇਹਨਾਂ ਦੇ ਵਿੱਚ ਉਹ ਕਹਿ ਰਹੇ ਇਨ ਫਿਊਚਰ ਜੇ ਚੇਂਜ ਕਰਨਾ ਤਾਂ ਚੇਂਜ ਵੀ ਹੋ ਸਕਦਾ ਹੈ। ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਪੋਰਟਸ ਜਿਹੜਾ ਆਫਿਸਰ ਹੈ ਜੀ ਉਸ ਦੀ ਪੋਸਟ ਹੈ ਬੈਚਲਰ ਡਿਗਰੀ ਇਨ ਕਾਮਰਸ ਔਰ ਫਾਈਨੈਂਸ ਫਰੋਮ ਏ ਸੈਂਟਰ ਔਰ ਸਟੇਟ ਗਵਰਨਮੈਂਟ ਰੈਕਗਨਾਈਜ਼ਡ ਯੂਨੀਵਰਸਿਟੀ। ਉਸ ਦੇ ਨਾਲ ਹੈ ਜੀ ਤੁਹਾਡੇ ਕੋਲ 7 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਇਨ ਅਕਾਊਂਟਿੰਗ ਔਰ ਬੈਂਕਿੰਗ ਔਰ ਫਾਈਨੈਂਸ਼ੀਅਲ ਫਰੋਡ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਇੱਥੇ ਗਵਰਨਮੈਂਟ ਪ੍ਰਾਈਵੇਟ ਕਿਸੇ ਵੀ ਤਰੀਕੇ ਦਾ ਨਹੀਂ ਲਿਖਿਆ ਹੋਇਆ, ਪਰ ਤੁਹਾਡੇ ਕੋਲ ਜਿਹੜਾ 7 ਸਾਲ ਦਾ ਐਕਸਪੀਰੀਅੰਸ ਅਕਾਊਂਟਿੰਗ ਔਰ ਬੈਂਕਿੰਗ ਫਾਈਨੈਂਸ਼ੀਅਲ ਫਰੋਡ ਦਾ ਜਿਹੜਾ ਹੈ ਉਹ ਹੋਣਾ ਚਾਹੀਦਾ। ਠੀਕ, ਇਸ ਤੋਂ ਇਲਾਵਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਪੋਰਟ ਅਸਿਸਟੈਂਟ ਜਿਹੜਾ ਹੋਏਗਾ ਜੀ ਉਸ ਦੀ ਬੈਚਲਰ ਡਿਗਰੀ ਇਨ ਕਾਮਰਸ ਦੇ ਵਿੱਚ ਹੋਣੀ ਚਾਹੀਦੀ ਹੈ ਤੇ 2 ਸਾਲ ਦਾ ਐਕਸਪੀਰੀਅੰਸ ਬੈਂਕਿੰਗ ਐਂਡ ਫਾਈਨੈਂਸ਼ੀਅਲ ਫਰੋਡ ਇਨਵੈਸਟੀਗੇਸ਼ਨ ਦੇ ਵਿੱਚ ਹੋਣਾ ਚਾਹੀਦਾ। ਇਹ ਸਿਲੇਬਸ ਹੈ ਜੀ। ਬੇਸਿਕ ਪ੍ਰਿੰਸੀਪਲ ਆਫ ਫਾਈਨੈਂਸ ਐਂਡ ਅਕਾਊਂਟਿੰਗ ਤੁਹਾਨੂੰ ਆਉਣੀ ਚਾਹੀਦੀ ਹੈ, ਕਿਉਂਕਿ ਤੁਸੀਂ ਬਣਨ ਹੀ ਇੱਕ ਤਰੀਕੇ ਦੇ ਨਾਲ ਅਕਾਊਂਟ ਦੇ ਆਫਿਸਰ ਜਾ ਰਹੇ ਹੋ ਤਾਂ ਅਕਾਊਂਟ ਦੀ ਜਿਹੜੀ ਬੇਸਿਕ ਚੀਜ਼ ਹੈ ਪਤਾ ਹੋਣੀ ਚਾਹੀਦੀ ਹੈ। ਲਾਅ ਐਂਡ ਇਨਫੋਰਸਮੈਂਟ ਏਜੰਸੀ ਐਂਡ ਫਾਈਨੈਂਸ਼ੀਅਲ ਫਰੋਡ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਲਾਅ ਐਂਡ ਰੈਗੂਲੇਸ਼ਨ ਰਿਲੇਟਡ ਟੂ NBCS ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤਰੀਕੇ ਦਾ ਇਹ ਸਿਲੇਬਸ ਪੂਰਾ ਦਿੱਤਾ ਹੋਇਆ ਜੀ। ਬਾਕੀ ਇੰਗਲਿਸ਼, ਪੰਜਾਬੀ, ਜਨਰਲ ਅਵੇਅਰਨੈਸ, ਕੁਆਂਟੀਟੀ ਐਪਟੀਟਿਊਡ ਤੇ ਮੈਂਟਲ ਐਬਿਲਿਟੀ ਸੇਮ ਉਹੀ ਹੈ ਜੀ ਜਿਹੜੀ IT ਦੇ ਵਿੱਚ ਸੀ, ਸੇਮ ਉਹੀ ਹੈ। ਅੰਟੀਡਾ ਪੈਰਾ ਅੰਗਰੇਜ਼ੀ ਤੋਂ ਪੰਜਾਬੀ ਰੀਡਿੰਗ ਕੰਪਰੀਹੈਂਸਿਵ ਹੋਏਗਾ ਜੀ। ਜਿਹੜਾ ਜਰਨਲ ਜੀ ਸਬਜੈਕਟ ਜਿਹੜਾ ਆਪਣੇ ਸਬਜੈਕਟ ਤੋਂ ਇਲਾਵਾ ਜਿਹੜਾ ਸਬਜੈਕਟ ਹੈ ਉਹ ਈਜ਼ੀ ਹੈ ਜੀ ਬਿਲਕੁਲ, ਤੇ ਇਹਨਾਂ ਨੇ ਅਲੱਗ ਨਹੀਂ ਦੱਸਿਆ ਹੋਇਆ। ਜਿਹੜਾ ਤੁਹਾਡਾ ਆਪ ਜਿਸ ਤਰੀਕੇ ਦੇ ਤੁਸੀਂ ਆਫਿਸਰ ਬਣਨ ਜਾ ਰਹੇ ਹੋ, ਚਾਹੇ IT ਦਾ ਹੈ, ਫਾਈਨੈਂਸ ਦਾ ਹੈ, ਉਸ ਦਾ ਜਿਹੜਾ ਸਿਲੇਬਸ ਹੈ ਇੱਕ 70% ਤੁਸੀਂ ਮੰਨ ਕੇ ਚੱਲ ਸਕਦੇ ਹੋ, 30% ਜਿਹੜਾ ਜਰਨਲ ਦਾ ਰਹੇਗਾ। ਇਹ ਹੈ ਜੀ ਜਿਹੜਾ ਅਕਾਊਂਟ ਜੇਕਰ ਤੁਸੀਂ ਬਣਨਾ ਚਾਹੁੰਦੇ ਹੋ ਅਕਾਊਂਟਸ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਇਨਵੈਸਟੀਗੇਸ਼ਨ ਆਫਿਸਰ ਐਜ਼ ਅਸਿਸਟੈਂਟ ਅਕਾਊਂਟ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਹ ਸਿਲੇਬਸ ਰਹੇਗਾ ਤੇ ਉਹ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਰਹੀ ਬੈਚਲਰ ਡਿਗਰੀ ਤੁਹਾਡੇ ਕੋਲ ਕਾਮਰਸ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਮਿਨੀਮਮ ਐਕਸਪੀਰੀਅੰਸ 7 ਸਾਲ ਤੇ 2 ਸਾਲ ਦਾ ਤੁਹਾਡੇ ਕੋਲ ਹੋਣਾ ਚਾਹੀਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਪੋਰਟਸ ਅਸਿਸਟੈਂਟ ਦੇ ਵਾਸਤੇ। ਠੀਕ ਹੈ ਜੀ, ਇਸ ਤੋਂ ਇਲਾਵਾ ਲੀਗਲ ਤੇ ਫੋਰੈਂਸਿਕ ਦੇ ਵਿੱਚ ਜਿਹੜੀ ਪੋਸਟ ਨਿਕਲੀ ਹੋਈ ਹੈ ਉਹਨਾਂ ਦੇ ਰਿਗਾਰਡਿੰਗ ਥੋੜ੍ਹਾ ਜਿਹਾ ਹੋਰ ਵੇਖ ਲੈਂਦੇ ਹਾਂ। ਪੰਜਾਬ ਪੁਲਿਸ ਦੇ ਵਿੱਚ ਜਿਹੜੇ ਸਿਵਿਲੀਅਨ ਸਪੋਰਟਸ ਪਾਸ ਦੇ ਵਿੱਚ ਜੇਕਰ ਤੁਸੀਂ ਲੀਗਲ ਆਫਿਸਰ ਬਣਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਕੀ ਰਹੇਗਾ ਜੀ, 2 ਘੰਟਿਆਂ ਦਾ ਸੇਮ ਉਹੀ ਪੇਪਰ ਹੈ ਜੀ, ਸੇਮ ਸਤੰਬਰ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਨੈਗੇਟਿਵ ਮਾਰਕਿੰਗ ਹੋਏਗੀ, ਮਿਨੀਮਮ ਏਜ ਤੁਹਾਡੀ ਉਸੇ ਤਰੀਕੇ ਦੀ ਹੈ ਜੀ, ਸਭ ਕੁਝ ਚੀਜ਼ਾਂ ਉਹ ਸਭ ਸੇਮ ਨੇ। ਨੰਬਰ ਆਫ ਪੋਸਟ ਦੇਖੋ ਜੀ, ਲੀਗਲ ਆਫਿਸਰ ਦੀ 11 ਪੋਸਟ ਨੇ ਤੇ ਅਸਿਸਟੈਂਟ ਲੀਗਲ ਆਫਿਸਰ ਹੈ ਜੀ ਉਸ ਦੀ 120 ਪੋਸਟ ਨੇ। ਸਾਰੀ ਆਫਿਸਰ ਰੈਂਕ ਦੀ B ਗ੍ਰੇਡ ਦੀਆਂ ਪੋਸਟਾਂ ਨੇ ਜੀ ਸਾਰੀ। ਠੀਕ ਹੈ, ਹਾਈ ਲੈਵਲ ਮਤਲਬ ਪੋਸਟਾਂ ਨੇ। ਐਜੂਕੇਸ਼ਨ ਕੁਆਲੀਫਿਕੇਸ਼ਨ ਤੁਹਾਡੇ ਕੋਲ ਬੈਚਲਰ ਡਿਗਰੀ ਇਨ ਲਾਅ ਵਿਦ ਮਿਨੀਮਮ ਆਫ 50% ਤੁਹਾਡੇ ਕੋਲ 50% ਮਾਰਕਸ ਦੇ ਨਾਲ ਬੈਚਲਰ ਡਿਗਰੀ ਇਨ ਲਾਅ ਦੇ ਵਿੱਚ ਹੋਣੀ ਚਾਹੀਦੀ ਹੈ। LLB ਤੁਹਾਡੇ ਕੋਲ ਕੀਤੀ ਹੋਣੀ ਚਾਹੀਦੀ ਹੈ ਤੇ 7 ਸਾਲ ਦਾ ਤੁਹਾਡੇ ਕੋਲ ਲੀਗਲ ਆਫਿਸਰ ਦੇ ਵਾਸਤੇ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਜਿਹੜਾ ਲੀਗਲ ਪ੍ਰੈਕਟੀਸ਼ਨਰ ਔਰ ਪ੍ਰੈਕਟਿਸਿੰਗ ਲਾਇਰ ਇਨ ਸੁਪਰੀਮ ਕੋਰਟ ਆਫ ਇੰਡੀਆ ਔਰ ਹਾਈ ਕੋਰਟ ਔਰ ਡਿਸਟ੍ਰਿਕਟ ਕੋਰਟ, ਇਹਨਾਂ ਦੇ ਵਿੱਚੋਂ ਕਿਸੇ ਵੀ ਕੋਰਟ ਦੇ ਵਿੱਚ ਤੁਹਾਡੇ ਕੋਲ 7 ਸਾਲ ਤੁਹਾਨੂੰ ਪ੍ਰੈਕਟਿਸ ਕਰਦੇ ਨੂੰ ਹੋ ਜਾਣਾ ਚਾਹੀਦਾ ਹੈ, ਤਾਂ ਹੀ ਤੁਸੀਂ ਇਸ ਪੋਸਟ ਦੇ ਲਈ ਐਲੀਜੀਬਲ ਹੋਵੋਗੇ। ਅਸਿਸਟੈਂਟ ਲੀਗਲ ਆਫਿਸਰ ਦੇ ਵਾਸਤੇ ਤੁਹਾਡੇ ਕੋਲ ਬੈਚਲਰ ਡਿਗਰੀ ਇਨ ਲਾਅ ਵਿਦ ਮਿਨੀਮਮ ਆਫ
ਪਰਸੈਂਟ 50% ਦੇ ਨਾਲ ਤੁਹਾਡੇ ਕੋਲ LLB ਕੀਤੀ ਹੋਣੀ ਚਾਹੀਦੀ ਹੈ ਤੇ 2 ਸਾਲ ਦਾ ਤੁਹਾਡੇ ਕੋਲ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਜਾਂ ਡਿਸਟ੍ਰਿਕਟ ਕੋਰਟ ਦੇ ਐਜ਼ ਏ ਤੁਸੀਂ ਵਕੀਲ ਕੰਮ ਕੀਤਾ ਉਹਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਕੌਨਸਟੀਟਿਊਸ਼ਨ ਆਫ ਲਾਅ ਇਹਦੇ ਵਿੱਚ ਤੁਹਾਡੇ ਕੋਲ ਪ੍ਰੀਮਲ ਹੈ, ਫੰਡਾਮੈਂਟਲ ਰਾਈਟ ਹੈ, DSP ਹੈ ਜੀ, ਤੇ ਪਾਵਰ ਆਫ ਪ੍ਰੈਜ਼ੀਡੈਂਟ ਗ੍ਰਾਂਟਡ ਪਾਰਡਨ ਹੈ ਜੀ, ਐਮਰਜੈਂਸੀ ਪ੍ਰੋਵੀਜ਼ਨ। ਮਤਲਬ ਕੌਨਸਟੀਟਿਊਸ਼ਨ ਦਾ ਬਿਲਕੁਲ ਇੱਕ ਬੇਸਿਕ ਜਿਹੜੀ ਚੀਜ਼ ਹੈ ਉਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਇੰਡੀਅਨ ਪੈਨਲ ਕੋਡ ਜਿਹੜਾ 1860 ਹੈ ਜੀ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ। ਦ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1973 ਹੈ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੀ। ਕ੍ਰਿਮੀਨਲ ਸਿਵਲ ਲੋਜ਼ ਉਸ ਦੀ ਸਾਰੀ ਜਾਣਕਾਰੀ ਹੈ ਜਿਹੜੀ NDPS ਹੈ, ਪੋਸਕੋ ਐਕਟ ਹੈ, ਸਿਵਿਲੀਅਨ ਜਸਟਿਸ ਐਕਟ ਹੈ ਜੀ, ਪੰਜਾਬ ਟਰੈਵਲ ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ 2012। ਮਤਲਬ ਜਿਹੜਾ ਤੁਹਾਡਾ ਆਪ ਦੀ ਇੱਕ ਸਟਰੀਮ ਹੈ ਉਸ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਬਾਕੀ ਜਿਹੜਾ ਜਨਰਲ ਇੰਗਲਿਸ਼, ਪੰਜਾਬੀ ਅਵੇਅਰਨੈਸ ਤੇ ਕੰਪੀਟੀਟਿਵ ਐਪਟੀਟਿਊਡ ਤੇ ਮੈਂਟਲ ਐਬਿਲਿਟੀ ਸੇਮ ਸਿਲੇਬਸ ਹੈ ਜੀ ਸਾਰੀ ਪੋਸਟਾਂ ਦਾ, ਚਾਹੇ ਉਹ ਲੀਗਲ ਵਾਲੀ ਹੋਵੇ, IT ਵਾਲੀ ਹੋਵੇ, ਫੋਰੈਂਸਿਕ ਵਾਲੀ ਹੋਵੇ ਜਾਂ ਫਾਈਨੈਂਸ ਵਾਲੀ ਹੋਵੇ, ਸਾਰਿਆਂ ਦਾ ਜਿਹੜਾ ਜਰਨਲ ਹੈ ਜੀ ਉਹ ਸੇਮ ਤੁਹਾਡਾ ਰਹਿਣਾ ਹੈ। ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਫੋਰੈਂਸਿਕ ਦੀ ਹੈ ਜੀ ਥੋੜ੍ਹਾ ਜਿਹਾ ਉਸ ਦਾ ਵਾਚ ਆਊਟ ਕਰ ਲੈਂਦੇ ਆ, ਉਸ ਦੀ ਕੀ ਕੁਆਲੀਫਿਕੇਸ਼ਨ ਰਹੇਗੀ, ਕਿੰਨੀ ਪੋਸਟਾਂ ਨੇ। ਜੇਕਰ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਫੋਰੈਂਸਿਕ ਡਿਪਾਰਟਮੈਂਟ ਦੇ ਵਿੱਚ ਆਫੀਸਰ ਬਣਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਹਾਡੇ ਕੋਲ ਜਿਹੜੀ ਮਿਨੀਮਮ ਕੁਆਲੀਫਿਕੇਸ਼ਨ ਹੈ ਜੀ, ਜੇਕਰ ਤੁਸੀਂ ਫੋਰੈਂਸਿਕ ਆਫੀਸਰ ਬਣਨਾ ਚਾਹੁੰਦੇ ਹੋ 24 ਪੋਸਟ ਹੈ ਜੀ, 29,200 ਤੁਹਾਡਾ ਪੇ ਸਕੇਲ ਰਹੇਗਾ। ਅਸਿਸਟੈਂਟ ਫੋਰੈਂਸਿਕ ਆਫੀਸਰ ਬਣਨਾ ਚਾਹੁੰਦੇ ਹੋ 150 ਪੋਸਟਾਂ ਨੇ ਜੀ, 25,500 ਤੁਹਾਡਾ ਜਿਹੜਾ ਹੈ ਪੇ ਸਕੇਲ ਰਹੇਗਾ। ਐਲੀਜੀਬਿਲਿਟੀ ਫੋਰੈਂਸਿਕ ਆਫੀਸਰ ਦੇ ਵਾਸਤੇ ਬੈਚਲਰ ਡਿਗਰੀ ਇਨ ਫੋਰੈਂਸਿਕ ਸਾਇੰਸ ਔਰ ਇਕੁਇਵਲੈਂਟ ਫਰੋਮ ਏ ਸੈਂਟਰਲ ਔਰ ਸਟੇਟ ਗਵਰਨਮੈਂਟ ਰੈਕੋਗਨਾਈਜ਼ਡ ਔਰ ਇੰਸਟੀਟਿਊਸ਼ਨ। 7 ਸਾਲ ਦਾ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ, ਚਾਹੇ ਉਹ ਕੁਆਸੀ ਗਵਰਨਮੈਂਟ ਦਾ ਮਤਲਬ ਹੁੰਦਾ ਜੀ ਅਰਧ ਸਰਕਾਰੀ ਅਗਰ ਕੋਈ ਹੈ ਡਿਪਾਰਟਮੈਂਟ ਤਾਂ ਵੀ ਤੁਸੀਂ ਉਹ ਮਾਨਤਾ ਉਹਨਾਂ ਨੇ ਦਿੱਤੀ ਹੈ। ਫੋਰੈਂਸਿਕ ਆਰਗੇਨਾਈਜੇਸ਼ਨ ਔਰ ਸੈਂਟਰ ਔਰ ਸਟੇਟ ਗਵਰਨਮੈਂਟ ਰਜਿਸਟਰਡ ਫੋਰੈਂਸਿਕ ਸਾਇੰਸ ਲੈਬੋਰੇਟਰੀਜ਼ ਔਰ ਇੰਸਟੀਚਿਊਟਸ ਔਰ ਸੈਂਟਰਲ ਔਰ ਸਟੇਟ ਕੈਮੀਕਲ ਐਗਜ਼ਾਮੀਨਰ ਲੈਬੋਰ, ਇਹ ਇਹਨਾਂ ਨੇ ਦਿੱਤਾ ਹੋਇਆ ਜੀ। ਤੁਹਾਡੇ ਕੋਲ 7 ਸਾਲ ਦਾ ਜੇਕਰ ਐਕਸਪੀਰੀਅੰਸ ਹੈ ਤਾਂ ਤੁਸੀਂ ਫੋਰੈਂਸਿਕ ਆਫੀਸਰ ਬਣ ਸਕਦੇ ਹੋ। ਤੁਹਾਡੇ ਕੋਲ ਡਿਗਰੀ ਹੈ ਜਿਹੜੀ ਬੈਚਲਰ ਡਿਗਰੀ ਇਨ ਫੋਰੈਂਸਿਕ ਸਾਇੰਸ ਹੋਣੀ ਚਾਹੀਦੀ ਹੈ। ਅਸਿਸਟੈਂਟ ਫੋਰੈਂਸਿਕ ਆਫੀਸਰ ਦੇ ਵਾਸਤੇ ਬੈਚਲਰ ਡਿਗਰੀ ਇਨ ਫੋਰੈਂਸਿਕ ਸਾਇੰਸ ਔਰ ਇਕੁਇਵਲੈਂਟ ਫਰੋਮ ਏ ਸੈਂਟਰ ਸਟੇਟ ਗਵਰਨਮੈਂਟ 2 ਸਾਲ ਦਾ ਤੁਹਾਡੇ ਕੋਲ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ। ਜਿੰਨੀ ਵੀ ਪੋਸਟ ਹੈ ਜੀ, ਜੇਕਰ ਤੁਸੀਂ ਆਫੀਸਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 7 ਸਾਲ ਦਾ ਐਕਸਪੀਰੀਅੰਸ ਪਲੱਸ ਤੁਹਾਡੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਅਸਿਸਟੈਂਟ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਆਪਣੀ ਬੈਚਲਰ ਡਿਗਰੀ ਜਿਸ ਵੀ ਸਟਰੀਮ ਦੇ ਤੁਸੀਂ ਬਣਨਾ ਚਾਹੁੰਦੇ ਹੋ ਉਹ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲ ਘੱਟੋ ਘੱਟ 2 ਸਾਲ ਦਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ। ਠੀਕ ਹੈ ਜੀ। ਇਸ ਤੋਂ ਇਲਾਵਾ ਇਹ ਜਿਹੜਾ ਤੁਹਾਡਾ ਸਿਲੇਬਸ ਹੈ ਜੀ ਫੰਡਾਮੈਂਟਲ ਆਫ ਫੋਰੈਂਸਿਕ ਸਾਇੰਸ, ਇਹ ਸਾਰੀ ਚੀਜ਼ਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜਾਣਗੀਆਂ, ਤੁਸੀਂ ਉੱਥੋਂ ਜਾ ਕੇ ਡਾਊਨਲੋਡ ਕਰ ਲੈਣਾ ਜੀ, ਆਪਣਾ ਸਿਲੇਬਸ ਵੇਖ ਲੈਣਾ। ਕ੍ਰਾਈਮ ਸੀਨ ਮੈਨੇਜਮੈਂਟ, ਫਿਜ਼ੀਕਲ ਐਵੀਡੈਂਸ, ਫੋਰੈਂਸਿਕ ਫਿਜ਼ਿਕਸ, ਫੋਰੈਂਸਿਕ ਬੈਲਿਸਟਿਕਸ, ਤਾਂ ਇਸ ਤਰੀਕੇ ਦਾ DNA ਫਿੰਗਰ ਹੈ ਫੋਰੈਂਸਿਕ, ਇਹ ਇੱਕ ਪੂਰਾ ਜਿਹੜਾ ਤੁਹਾਡਾ ਦਿੱਤਾ ਹੋਇਆ ਜੀ, ਇਹ ਤੁਸੀਂ ਚੀਜ਼ਾਂ ਜਾ ਕੇ ਵੇਖ ਸਕਦੇ ਹੋ। ਠੀਕ ਹੈ। ਤਾਂ ਵੀਡੀਓ ਕਿੱਦਾਂ ਲੱਗਿਆ ਜੀ? ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ। ਮੇਰੇ ਵੱਲੋਂ ਜੀ ਬੈਸਟ ਆਫ ਲੱਕ। ਜੋ ਵੀ ਇਸ ਦੇ ਲਈ ਐਲੀਜੀਬਲ ਹੈ ਤੁਸੀਂ ਫਾਰਮ ਫਿਲ ਕਰ ਸਕਦੇ ਹੋ। ਫਾਰਮ ਜਿਹੜੇ ਹੈ ਬਹੁਤ ਹੀ ਜਲਦ ਸਟਾਰਟ ਹੋ ਜਾਣਗੇ ਤੇ ਆਪਣੀ ਤਿਆਰੀ ਹੈ ਜਿਹੜੇ ਅਕੋਰਡਿੰਗ ਟੂ ਸਿਲੇਬਸ ਤੁਸੀਂ ਸਟਾਰਟ ਕਰ ਸਕਦੇ ਹੋ। ਆਫੀਸਰ ਜੇਕਰ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਬਣਨਾ ਚਾਹੁੰਦੇ ਹੋ IT, ਲੀਗਲ, ਫੋਰੈਂਸਿਕ, ਫਾਈਨੈਂਸ਼ੀਅਲ ਡਿਪਾਰਟਮੈਂਟ ਦੇ ਵਿੱਚ, ਤਾਂ ਇਹ ਪੋਸਟਾਂ ਤੁਹਾਡੇ ਲਈ ਇੱਕ ਸੁਨਹਿਰਾ ਮੌਕਾ ਹੈ ਜੀ। 636 ਲਗਭਗ ਪੋਸਟਾਂ ਨੇ ਵੱਖ-ਵੱਖ ਡਿਪਾਰਟਮੈਂਟ ਦੀਆਂ, ਵੱਖ-ਵੱਖ ਕੈਡਰ ਦੀਆਂ, ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਵੀਡੀਓ ਕਿੱਦਾਂ ਲੱਗਿਆ? ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲੈਣਾ। ਉੱਥੇ ਇਹ ਜਿਹੜੀ PDF ਹੈ ਜੀ ਤੁਹਾਨੂੰ ਮਿਲ ਜਾਏਗੀ। ਹੈਵ ਏ ਨਾਈਸ ਡੇ। ਥੈਂਕ ਯੂ ਵੈਰੀ ਮਚ।